Please like and subscribe to motivate. ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾ ਇੱਕ ਨ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਕੇਵਲ ਇੱਕ ਹੈ। ਉਹ ਸੱਚੇ ਗੁਰਾਂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ ਹੈ, ਜਿਸ ਦਾ ਨਾਮ ਸੱਚ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਜਿਸ ਦਾ ਨਾਮ ਸੱਚ ਹੈ। ਉਹ ਕਰਨਹਾਰ ਹੈ, ਜੋ ਚਾਹਵੇ ਉਹ ਕਰ ਸਕਦਾ ਹੈ। ਨਿਰਭਉ ਉਹ ਕਿਸੇ ਤੋਂ ਡਰਦਾ ਨਹੀਂ, ਨਿਰਵੈਰ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ। ਅਕਾਲ ਮੂਰਤ ਜਿਸ ਦੀ ਮੂਰਤੀ ਕਾਲ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ, ਟਾਈਮਲੈਸ ਹੈ, ਜੋ ਕਿਸੇ ਵੀ ਸਮੇਂ ਅਤੇ ਕਾਲ ਦੇ ਵਿੱਚ ਨਹੀਂ ਆਉਂਦੀ। ਅਜੂਨੀ ਜੋ ਕਿਸੇ ਵੀ ਜੂਨੀ ਦੇ ਵਿੱਚ ਨਹੀਂ ਆਉਂਦੀ, ਜੋ ਜੰਮਦੀ ਮਰਦੀ ਨਹੀਂ। ਸੈਭੰ ਜੋ ਆਪਣੇ ਆਪ ਤੋਂ ਉਤਪੰਨ ਹੈ, ਜਿਸ ਦੇ ਪਿੱਛੇ ਕੋਈ ਹੋਰ ਸਹਾਰਾ ਨਹੀਂ। ਇਹ ਨਹੀਂ ਹੈ ਕਿ ਉਹ ਕਿਸੇ ਇਸ ਤੋਂ ਅੱਗੇ ਕੋਈ ਹੋਰ ਚੀਜ਼ ਹੈ, ਉਸ ਤੋਂ ਅੱਗੇ ਕੁਝ ਵੀ ਨਹੀਂ। ਉਹ ਆਪਣੇ ਆਪ ਤੋਂ ਉਹ ਆਪ ਹੀ ਹੈ। ਗੁਰ ਪ੍ਰਸਾਦ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੋ ਜਾਵੇ ਤਾਂ ਉਹ ਪ੍ਰਾਪਤ ਹੋ ਸਕਦਾ ਹੈ। One universal creator God, the name is truth, creative being personified, no fear, no hearted image of the undying, beyond birth, self-existent by Guru's grace। ਜਪ ਉਸ ਦਾ ਸਿਮਰਨ ਕਰ, ਚੈਂਟ ਐਂਡ ਮੈਡੀਟੇਟ ਔਨ ਹਿਮ। ਇਸ ਨੂੰ ਬਾਰ-ਬਾਰ ਸਿਮਰੋ। ਆਦ ਸੱਚ ਜੁਗਾਦ ਸੱਚ ਪ੍ਰਾਰੰਭ ਵਿੱਚ, ਸ਼ੁਰੂਆਤ ਦੇ ਵਿੱਚ ਜਦੋਂ ਇਹ ਦੁਨੀਆ ਸਾਜੀਗੀ ਉਦੋਂ ਸੱਚ ਸੀਗਾ। ਯੁੱਗਾਂ ਦੇ ਸ਼ੁਰੂ ਵਿੱਚ ਸੱਚ ਸੀਗਾ, ਜਦੋਂ ਉਹ ਯੁੱਗ ਸ਼ੁਰੂ ਹੋਏ ਉਦੋਂ ਵੀ ਉਹ ਸੱਚ ਸੀ, ਉਦੋਂ ਵੀ ਮੌਜੂਦ ਸੀ। ਆਦ ਸੱਚ ਜੁਗਾਦ ਸੱਚ ਟਰੂ ਇਨ ਦੀ ਪ੍ਰਾਇਮਰੀਅਲ ਬਿਗਨਿੰਗ, ਟਰੂ ਥਰੂਆਊਟ ਦੀ ਏਜਸ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅਤੇ ਸੱਚ ਉਹ ਹੁਣ ਵੀ ਹੈਗਾ, ਅਤੇ ਇਹ ਨਾਨਕ ਉਹ ਨਿਸ਼ਚਿਤ ਹੀ ਅੱਗੇ ਵੀ ਉਹ ਸੱਚ ਹੀ ਹੋਵੇਗਾ। ਟਰੂ ਹੇਅਰ ਐਂਡ ਨਾਓ, ਉਹ ਨਾਨਕ ਫੋਰ ਐਵਰ ਐਂਡ ਐਵਰ ਟਰੂ, ਉਹ ਸਦਾ ਸਦਾ ਲਈ ਸੱਚ ਰਹੇਗਾ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਜੇ ਅਸੀਂ ਉਸ ਦੀ ਵਿਚਾਰ ਕਰਾਂਗੇ, ਅਸੀਂ ਉਸ ਨੂੰ ਸੋਚ ਕੇ ਸਮਝਾਂਗੇ ਵਾਹਿਗੁਰੂ ਨੂੰ, ਤਾਂ ਉਹ ਗਿਆਤ ਨਹੀਂ ਹੋ ਸਕਦਾ, ਉਸ ਨੂੰ ਅਸੀਂ ਪਹਿਚਾਣ ਨਹੀਂ ਸਕਦੇ। ਜੇ ਸੋਚੀ ਲੱਖ ਵਾਰ, ਭਾਵੇਂ ਮਨੁੱਖ ਲੱਖਾਂ ਵਾਰੀ ਵਿਚਾਰ ਪਿਆ ਕਰੇ, ਉਸ ਦੀ ਕੋਸ਼ਿਸ਼ ਕਰੇ ਕਿ ਮੈਂ ਉਸ ਨੂੰ ਸਮਝਣਾ ਹੈ। By thinking he cannot be reduced to thought, even by thinking hundreds of thousands of times। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭਾਵੇਂ ਬੰਦਾ ਚੁੱਪ ਕਰ ਜਾਵੇ, ਕੇਵਲ ਇੱਕ ਵਾਹਿਗੁਰੂ 'ਤੇ ਹੀ ਕੰਸਨਟਰੇਟ ਕਰੇ, ਹੋਰ ਸਾਰੇ ਪਾਸਿਓਂ ਟੁੱਟ ਜਾਵੇ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭਾਵੇਂ ਉਸ ਦੇ ਵਿੱਚ ਧਿਆਨ ਲਾਈ ਰੱਖਾਂ, ਉਸ ਦੇ ਵਿੱਚ ਮਨ ਨੂੰ ਆਪਣੇ ਨੂੰ ਕੌਨਸਨਟਰੇਟ ਕਰੀ ਰੱਖਾਂ। ਇਸ ਤਰ੍ਹਾਂ ਵੀ ਅਸੀਂ ਉਸ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੇ, ਅਸੀਂ ਪੂਰਨ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦੇ। By remaining silent, inner silent is not obtained, even by the remains lovingly absorbed deep within। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਭਾਵੇਂ ਅਸੀਂ
ਜੋ ਭੁੱਖੇ ਮਨੁੱਖ ਹਨ, ਸਾਡੀ ਭੁੱਖ ਹੈ, ਸਾਡੇ ਮਨ ਦੀ ਭੁੱਖ ਹੈ, ਉਹ ਨਹੀਂ ਉਤਰੇਗੀ ਭਾਵੇਂ ਅਸੀਂ ਸਾਰੇ ਹੀ ਸੰਸਾਰ ਦਾ ਸਮਾਨ ਆਪਣੇ ਕੋਲ ਰੱਖ ਲਈਏ, ਆਪਣੇ ਨਾਲ ਪ੍ਰਾਪਤ ਕਰ ਲਈਏ, ਉਸ ਨੂੰ ਹਾਸਲ ਕਰ ਲਈਏ। The hunger of the hungry is not appeased even by piling up loads of worldly goods. ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲਮੰਦੀਆਂ ਹੋਣ, ਪਰ ਇੱਕ ਵੀ ਸਾਈਂ ਦੇ ਬਰਾਬਰ ਅੰਦਰ ਉਸ ਨੂੰ ਲਾਭ ਨਹੀਂ ਪਹੁੰਚਾਉਂਦੀ, ਉਸ ਦੇ ਨਾਲ ਨਹੀਂ ਜਾਂਦੀ। ਕਹਿਣ ਤੋਂ ਭਾਵ, ਨਾ ਤਾਂ ਅਸੀਂ ਚੁੱਪ ਕਰਕੇ ਕੌਨਸਨਟਰੇਟ ਕਰਕੇ ਉਸ ਪਰਮਾਤਮਾ ਨੂੰ ਪਾ ਸਕਦੇ ਹਾਂ, ਨਾ ਹੀ ਉਸ ਦੀ ਵਿਚਾਰ ਕਰਕੇ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ, ਨਾ ਹੀ ਜੇ ਅਸੀਂ ਸਾਰੀਆਂ ਪੁਰੀਆਂ ਦਾ, ਸਾਰਾ ਵਰਲਡ ਦਾ, ਪੂਰੇ ਵਰਲਡ ਦਾ ਅਸੀਂ ਸੰਸਾਰ ਦਾ ਸਮਾਨ ਅਸੀਂ ਆਪਣੇ ਕੋਲ ਪ੍ਰਾਪਤ ਕਰ ਲਈਏ ਤਾਂ ਵੀ ਅਸੀਂ ਉਸ ਦੇ ਬਰਾਬਰ ਦਾ ਸੁੱਖ ਨਹੀਂ ਪ੍ਰਾਪਤ ਕਰ ਸਕਦੇ। ਚਾਹੇ ਸਾਡੇ ਕੋਲ ਸਾਰੀਆਂ ਸਿਆਣਪਾਂ ਹੋਣ, ਸਾਡੇ ਕੋਲ ਅਸੀਂ ਕਲੈਵਰ ਹੋਈਏ, ਸਾਡੇ ਕੋਲ ਸਾਰੀਆਂ ਟ੍ਰਿਕਾਂ ਹੋਣ, ਪਰ ਅਸੀਂ ਫਿਰ ਵੀ ਉਸ ਨੂੰ ਨਹੀਂ ਪ੍ਰਾਪਤ ਕਰ ਸਕਦੇ, ਉਸ ਦੀ ਬਰਾਬਰੀ ਫਿਰ ਵੀ ਨਹੀਂ ਕਰ ਸਕਦੇ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਬਾਲ। ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ, ਫਿਰ ਅਸੀਂ ਕਿਸ ਤਰ੍ਹਾਂ ਝੂਠ ਦਾ ਪਰਦਾ ਪਾੜ ਸਕਦੇ ਹਾਂ। ਸੋ ਹਾਊ ਕੈਨ ਯੂ ਬਿਕਮ ਟਰੂਥਫੁਲ ਐਂਡ ਹਾਊ ਕੈਨ ਦੀ ਵੀਲ ਆਫ ਦੀ ਇਲੂਜ਼ਨ ਬੀ ਟੋਰਨ ਅਵੇ। ਫਿਰ ਅਸੀਂ ਇਸ ਇਲੂਜ਼ਨ ਨੂੰ ਕਿਸ ਤਰ੍ਹਾਂ ਤੋੜ ਸਕਦੇ ਹਾਂ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਨਾਨਕ ਉਸ ਮਾਲਕ ਦੀ ਮਰਜ਼ੀ ਦੇ ਅਨੁਸਾਰ ਲਿਖੇ ਹੋਏ ਹੁਕਮ ਦੇ ਅੰਡਰ ਹੀ ਚੱਲਣਾ ਸਹੀ ਰਹੇਗਾ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। O Nanak, it is written that you shall obey the hukum of his command and walk in the way of his will. ਹੁਕਮੀ ਹੋਵਨੇ ਆਕਾਰ, ਹੁਕਮ ਨਾ ਕਹਿਆ ਜਾਈ। ਸਾਈਂ ਦੇ ਅਮਰ ਦੁਆਰਾ, ਉਸ ਦੇ ਹੁਕਮ ਦੁਆਰਾ ਹੀ ਸਰੀਰ ਬਣਦੇ ਹਨ ਅਤੇ ਉਸ ਦੇ ਹੁਕਮ ਅਨੁਸਾਰ ਹੀ ਇਸ ਨੂੰ ਵਰਣਨ ਕੀਤਾ ਜਾ ਸਕਦਾ ਹੈ। ਜੇ ਉਸ ਦਾ ਹੁਕਮ ਹੋਵੇ ਤਾਂ ਇਹ ਦੱਸਿਆ ਜਾ ਸਕਦਾ ਹੈ ਕਿ ਇਹ ਸਾਰਾ ਕੁਝ ਕਿਸ ਤਰ੍ਹਾਂ ਹੋਇਆ ਅਤੇ ਕਿਸ ਤਰ੍ਹਾਂ ਚੱਲ ਰਿਹਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। By his command bodies are created, his command cannot be described. ਇਹ ਸਾਰਾ ਕੁਛ ਉਸ ਦੇ ਹੁਕਮ ਅਨੁਸਾਰ ਚੱਲ ਰਿਹਾ ਹੈ, ਪਰ ਇਹ ਹੁਕਮ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ, ਇਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਉਸ ਦੇ ਹੁਕਮ ਅਨੁਸਾਰ ਰੂਹਾਂ ਪੈਦਾ ਹੁੰਦੀਆਂ ਹਨ। ਜਬਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਅਤੇ ਉਸ ਦੇ ਹੁਕਮ ਨਾਲ ਹੀ ਮਾਨ ਪ੍ਰਾਪਤ ਕੀਤਾ ਜਾ ਸਕਦਾ ਹੈ। ਉਸ ਦੇ ਹੁਕਮ ਅਨੁਸਾਰ ਹੀ ਸੰਸਾਰ ਦੇ ਵਿੱਚ ਵਡਿਆਈ ਪੈਦਾ ਹੁੰਦੀ ਹੈ। By his command soul come into the being, by his command glory and greatness are obtained. ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਉਸ ਦੇ ਹੁਕਮ ਦੇ ਅਨੁਸਾਰ ਹੀ ਆਦਮੀ ਚੰਗੇ ਮੰਦੇ ਹੁੰਦੇ ਹਨ। ਭਾਵ ਜੋ ਕੋਈ ਵੀ ਇੱਥੇ ਚੰਗੇ ਕੰਮ ਕਰ ਰਿਹਾ ਹੈ, ਜੇ ਕੋਈ ਮਾੜੇ ਕੰਮ ਕਰ ਰਿਹਾ ਹੈ ਤਾਂ ਉਹ ਇਸ ਦਾ ਹੁਕਮ ਪਾ ਕੇ ਹੀ ਸਾਰਾ ਕੁਝ ਕਰ ਰਹੇ ਹਨ। ਉਸ ਦੇ ਹੁਕਮ ਤੋਂ ਉਲਟ ਕੁਝ ਵੀ ਨਹੀਂ ਹੋ ਰਿਹਾ ਹੈ, ਉਸ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਉਸ ਦੇ ਹੁਕਮ ਦੇ ਲਿਖੇ ਹੋਏ ਹੀ ਉਹ ਮਾੜੇ ਕੰਮਾਂ ਦੇ ਵਿੱਚ ਲੱਗ ਕੇ ਦੁੱਖ ਪਾਉਂਦੇ ਹਨ, ਚੰਗੇ ਕੰਮ ਕਰਕੇ ਸੁੱਖ ਪ੍ਰਾਪਤ ਕਰਦੇ ਹਨ। By his command some are high and some are low. By his written command pain and pleasure are obtained. ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭੁਆਈ ਹੈ। ਕਈਆਂ ਨੂੰ ਉਸ ਦੀ ਆਗਿਆ ਰਾਹੀਂ ਦਾਤਾਂ ਮਿਲਦੀਆਂ ਹਨ
ਅਤੇ ਕਈ ਉਸ ਦੀ ਆਗਿਆ ਦੇ ਰਾਹੀਂ ਆਵਾਗਾਉਣ ਦੇ ਅੰਦਰ ਸਦੀਵ ਹੀ ਭੁਆਈਂਦੇ ਹਨ। Some by his command are blessed and forgiven, other by his command wander aimlessly forever। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਤਾਂ ਉਸ ਦੇ ਹੁਕਮ ਦੇ ਅਨੁਸਾਰ ਬਖਸ਼ੇ ਜਾਂਦੇ ਹਨ, ਉਹਨਾਂ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ, ਉਹ ਮੁਕਤ ਹੋ ਜਾਂਦੇ ਹਨ, ਉਹ ਆਪਣੇ ਏਮ 'ਤੇ ਪਹੁੰਚ ਜਾਂਦੇ ਹਨ। ਇੱਕ ਹੁਕਮ ਹੀ ਸਦਾ ਭਵਾਈ ਹੈ। ਦੂਜੇ ਜਿਹੜੇ ਭਟਕਦੇ ਫਿਰਦੇ ਹਨ ਉਹ ਵੀ ਉਸ ਦੇ ਹੁਕਮ ਦੇ ਅਨੁਸਾਰ ਹੀ ਏਮਲੈਸਲੀ ਸਦਾ ਲਈ ਤੁਰੇ ਫਿਰਦੇ ਹਨ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਾਰੇ ਉਸ ਦੇ ਹੁਕਮ ਵਿੱਚ ਹਨ, ਉਸ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਐਵਰੀ ਵਨ ਇਜ਼ ਸਬਜੈਕਟ ਟੂ ਹਿਜ਼ ਕਮਾਂਡ, ਨੋ ਵਨ ਇਜ਼ ਬਿਯੋਂਡ ਹਿਜ਼ ਕਮਾਂਡ। ਭਾਵ ਐਵਰੀਥਿੰਗ ਇਜ਼ ਅੰਡਰ ਕੰਟਰੋਲ, ਐਵਰੀਥਿੰਗ ਇਜ਼ ਇਨ ਹਿਜ਼ ਕਮਾਂਡ, no one without command, every pattern is obtained by him। ਨਾਨਕ ਹੁਕਮੈ ਜੇ ਬੁਝੈ, ਤਾਹਉ ਮੈਂ ਕਹਿ ਨ ਕੋਇ। ਇਹ ਨਾਨਕ, ਜੇਕਰ ਇਨਸਾਨ ਪ੍ਰਭੂ ਦੇ ਫਰਮਾਨ ਨੂੰ ਸਮਝ ਲਵੇ ਤਦ ਕੋਈ ਵੀ ਹੰਕਾਰ ਨਾ ਕਰੇ। O ਨਾਨਕ, one who understand his command does not speak in ego। ਕਹਿਣ ਤੋਂ ਭਾਵ ਜੇਕਰ ਕੋਈ ਸਾਇੰਟਿਸਟ ਜਾਂ ਕੋਈ ਆਦਮੀ ਇਹ ਗੱਲ ਸਮਝ ਲੈਂਦਾ ਹੈ, ਜਿਸ ਨੂੰ ਕੋਈ ਰਿੱਧੀ ਬੁੱਧੀ ਜਾਂ ਸਿੱਧੀ ਪ੍ਰਾਪਤ ਹੋ ਜਾਂਦੀ ਹੈ, ਜਿਸ ਨੂੰ ਕੋਈ ਬਚਨ ਸਿੱਧੀ ਜਾਂ ਕੋਈ ਹੋਰ ਚੀਜ਼ ਪ੍ਰਾਪਤ ਹੁੰਦੀ ਹੈ, ਜਿਸ ਦੇ ਕਹਿਣ ਨਾਲ ਗੱਲ ਹੋ ਜਾਂਦੀ ਹੈ, ਜੇਕਰ ਤੁਸੀਂ ਅਰਦਾਸ ਕਰ ਦਿੰਦੇ ਹੋ ਤਾਂ ਉਹ ਪੂਰੀ ਹੋ ਜਾਂਦੀ ਹੈ, ਤਾਂ ਇਸ ਤੋਂ ਬਾਅਦ ਹੰਕਾਰ ਨਹੀਂ ਕਰਨਾ ਚਾਹੀਦਾ। ਭਾਵ ਜੇ ਕੋਈ ਸਾਇੰਟਿਸਟ ਇਹ ਕੁਦਰਤ ਦੇ ਨਿਯਮਾਂ ਨੂੰ ਕੋਈ ਸਮਝਦਾ ਹੈ ਕਿ ਇਹ ਕੁਦਰਤ ਦੇ ਨਿਯਮ ਕਿੱਦਾਂ ਚੱਲ ਰਹੇ ਹਨ, ਤਾਂ ਉਸ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਹੈ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਉਸ ਦੀ ਸ਼ਕਤੀ ਨੂੰ ਕੌਣ ਗਾਇਨ ਕਰ ਸਕਦਾ ਹੈ, ਇਸ ਨੂੰ ਗਾਇਨ ਕਰਨ ਦਾ ਕਿਹਦੇ ਕੋਲ ਬਲ ਹੈ। Some sing of his power, who has that power। ਭਾਵ ਕਿ ਉਸ ਦੇ ਗਾਵੈ ਕੋ ਤਾਣ, ਹੋਵੇ ਕਿਸੇ ਤਾਣ, ਉਸ ਦੀ ਸ਼ਕਤੀ ਨੂੰ ਕੋਈ ਤਾਂ ਹੀ ਦੱਸ ਸਕਦਾ ਹੈ ਕਿ ਕਿੰਨੇ ਕਾ, ਜੇ ਕਿਸੇ ਕੋਲ ਉਸ ਦੇ ਬਰਾਬਰ ਦੀ ਸ਼ਕਤੀ ਹੋਵੇ। ਗਾਵੈ ਕੋ ਦਾਤ ਜਾਣੈ ਨੀਸ਼ਾਨ। ਹਾਂ, ਪਰ ਗਾ ਸਕਦੇ ਆ ਉਹ ਕਿਸ ਤਰ੍ਹਾਂ। ਸਮ ਸਿੰਗ ਆਫ ਹਿਜ਼ ਗਿਫਟਸ, ਉਹ ਗਾਉਂਦੇ ਆ ਜੋ ਪਰਮਾਤਮਾ ਉਹਨਾਂ ਨੂੰ ਗਿਫਟ ਦਿੰਦਾ ਹੈ। ਗਾਵੈ ਕੋ ਦਾਤ ਜਾਣੈ ਨੀਸ਼ਾਨ, ਇਸ ਤਰ੍ਹਾਂ ਉਹਨਾਂ ਕੋਲ ਇੱਕ ਨਿਸ਼ਾਨ ਹੋ ਜਾਂਦਾ ਹੈ ਪ੍ਰਾਪਤ, ਉਸ ਦੀ ਸ਼ਕਤੀ ਦਾ ਇੱਕ ਤਿਲ ਮਾਤਰ ਤੋਹਫਾ ਉਹਨਾਂ ਨੂੰ ਜੋ ਮਿਲਦਾ ਹੈ। ਗਾਵੈ ਕੋ ਗੁਣ ਵਡਿਆਈਆਂ ਚਾਰ। ਹਾਂ, ਸਮ ਸਿੰਗ ਹਿਜ਼ ਗਲੋਰੀਅਸ ਵਿਰਚੂਜ਼, ਗ੍ਰੇਟਨੈਸ ਐਂਡ ਬਿਊਟੀ। ਕੁਛ ਗਾਉਂਦੇ ਹਨ ਉਹਨਾਂ ਦੀਆਂ ਵਡਿਆਈਆਂ ਨੂੰ, ਉਸ ਦੀ ਵਿਸ਼ਾਲਤਾ ਨੂੰ, ਉਸ ਦੀ ਸੁੰਦਰਤਾ ਨੂੰ, ਉਸਨੇ ਕਿੰਨੇ ਸੋਹਣੇ ਜੀਵ ਬਣਾਏ ਹਨ ਅਤੇ ਕਿੰਨੀਆਂ ਹੀ ਸੋਹਣੀਆਂ ਸੋਹਣੀਆਂ ਉਹਨਾਂ ਨੂੰ ਵਡਿਆਈਆਂ ਦਿੱਤੀਆਂ ਹਨ। ਕੋਈ ਕਿਸੇ ਪਦਵੀ 'ਤੇ ਆ, ਕੋਈ ਕਿਸੇ ਪਦਵੀ 'ਤੇ ਆ। ਕਈ ਸਵਾਮੀ ਦੀਆਂ ਸੁੰਦਰ ਵਡਿਆਈਆਂ ਅਤੇ ਬਜ਼ੁਰਗੀਆਂ ਦਾ ਗਾਇਨ ਕਰਦੇ ਹਨ। ਕਿਸੇ ਨੂੰ ਵਡਿਆਈ ਦੇ ਕੇ ਕਿੰਨਾ ਵਧੀਆ ਬਣਾ ਦਿੰਦਾ ਹੈ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਵਾਹਿਗੁਰੂ ਨੂੰ ਗਾਉਂਦੇ ਹਨ, ਸੋਚ ਵਿਚਾਰ ਕਠਿਨ ਹੈ, ਕੌਣ ਗਾ ਸਕਦਾ ਹੈ। Some sings knowledge obtained of him through the difficult philosophy studies। ਕਈ ਉਸ ਨੂੰ ਗਾਉਂਦੇ ਹਨ ਵੇਦ, ਕਈ ਵੇਦ ਹਨ ਜਿਸ ਤਰ੍ਹਾਂ ਜੋ ਕਿ ਬਹੁਤ ਕਠਿਨ ਹਨ, ਕਠਿਨ ਤਰੀਕਿਆਂ ਦੇ ਨਾਲ, ਜਾਂ ਜਿੱਦਾਂ ਸਾਇੰਟਿਸਟ ਹਨ ਉਹ ਕਿੱਦਾਂ ਕਠਿਨ ਤਰੀਕਿਆਂ ਨਾਲ ਦੱਸਦੇ ਹਨ ਕਿ ਇਹ ਰੂਲ ਇੱਦਾਂ ਕੰਮ ਕਰਦਾ ਹੈ, ਇੱਦਾਂ ਕੰਮ ਕਰਦਾ, ਸਟੱਡੀ ਕਰਦੇ ਹਨ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਉਹ ਬਹੁਤ ਹੀ ਡਿਫੀਕਲਟ ਨੌਲੇਜ ਦੁਆਰਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਗਾਵੈ ਕੋ ਸਾਜ ਕਰੇ ਤਨ ਖੇਹ। ਕਈ ਗਾਇਨ ਕਰਦੇ ਹਨ ਉਸ ਨੂੰ ਕਿ ਉਹ ਮੈਟਰ ਪੈਦਾ ਕਰਦਾ ਹੈ, ਉਸ ਤੋਂ ਬਾਅਦ ਉਸ ਨੂੰ ਮਿੱਟੀ ਕਰ ਦਿੰਦਾ ਹੈ।
some things that he fashioned the body and then again reduced it to the dust. ਗਾਵੇ ਕੋ ਜੀ ਲੈ ਫਿਰਦੇ। ਕਈ ਗਾਇਨ ਕਰਦੇ ਹਨ ਕਿ ਉਹ ਪਰਮਾਤਮਾ ਨੂੰ ਆਤਮਾ ਦਿੰਦਾ ਹੈ, ਉਹਨਾਂ ਨੂੰ ਬਲ ਦਿੰਦਾ ਹੈ ਅਤੇ ਫਿਰ ਉਹਨਾਂ ਤੋਂ ਉਹ ਖੁੱਸ ਲੈਂਦਾ ਹੈ, ਵਾਪਸ ਕਰ ਲੈਂਦਾ ਹੈ, ਆਪਣੀ ਸ਼ਕਤੀ ਫਿਰ ਖਿੱਚ ਲੈਂਦਾ ਹੈ ਉਹਨਾਂ ਦੇ ਵਿੱਚੋਂ। ਸਮ ਥਿੰਗਸ ਦੈਟ ਹੀ ਟੇਕਸ ਲਾਈਫ ਅਵੇ ਐਂਡ ਦੈਨ ਅਗੇਨ ਰੀਸਟੋਰ ਇਟ। ਗਾਵੇ ਕੋ ਜਾਪੈ ਦਿਸੈ ਦੂਰ। ਕਈ ਗਾਇਨ ਕਰਦੇ ਹਨ ਕਿ ਉਹ ਬਹੁਤ ਦੂਰ ਮਾਲੂਮ ਹੁੰਦਾ ਹੈ, ਕਿ ਉਹ ਬਹੁਤ ਦੂਰ ਹੈ। ਗਾਵੇ ਕੋ ਜਾਪੈ ਦਿਸੈ ਦੂਰ। ਸਮ ਥਿੰਗਸ ਦੈਟ ਹੀ ਸੀਮਸ ਸੋ ਵੈਰੀ ਫਾਰ ਅਵੇ। ਜਿਸ ਤਰ੍ਹਾਂ ਕਿ ਸਾਇੰਟਿਸਟ ਕਹਿੰਦੇ ਹਨ ਕਿ ਇਹ ਬ੍ਰਹਿਮੰਡ ਦਾ ਅੰਤ ਨਹੀਂ, ਇਹ ਪਤਾ ਨਹੀਂ ਇਹ ਕਿੰਨੇ ਕੁ ਲੱਖਾਂ ਕਰੋੜਾਂ ਲਾਈਟ ਈਅਰ ਦੂਰ ਤੱਕ ਫੈਲਿਆ ਹੋਇਆ ਹੈ। ਗਾਵੇ ਕੋ ਵੇਖੈ ਹਾਦਰਾ ਹਦੂਰ। ਕਈ ਗਾਇਨ ਕਰਦੇ ਹਨ ਕਿ ਉਹ ਸਾਨੂੰ ਇੱਦਾਂ ਪ੍ਰਤੱਖ ਦਿਖ ਰਿਹਾ ਹੈ, ਕਿ ਉਹ ਸਾਡੇ ਪਾਸ ਹੀ ਹੈ। ਸਮ ਥਿੰਗਸ ਦੈਟ ਹੀ ਵਾਚਿਸ ਓਵਰ ਅਸ face to face, even present. He is here at a moment. He is everywhere at a moment, everywhere. ਇਸੇ ਤਰ੍ਹਾਂ ਹੀ ਸਾਇੰਟਿਸਟ ਸੋਚਦੇ ਹਨ ਕਿ ਉਹ ਬ੍ਰਹਿਮੰਡਾਂ ਤੱਕ ਦੂਰ ਦੂਰ ਤੱਕ ਇਸ ਦਾ ਕੋਈ ਅੰਤ ਨਹੀਂ, ਇਹ ਪਤਾ ਨਹੀਂ ਕਿੰਨੇ ਕੁ ਕਰੋੜਾਂ ਲਾਈਟ ਈਅਰ ਦੂਰ ਤੱਕ ਫੈਲਿਆ ਹੋਇਆ ਹੈ। ਪਰ ਕਈ ਸਾਇੰਟਿਸਟ ਸੋਚਦੇ ਹਨ ਗਾਵੇ ਕੋ ਵੇਖਿਆ ਹਾਦਰਾ ਹਦੂਰ, ਕਿ ਇੱਕੋ ਐਟਮ ਦਾ ਜਿਹੜਾ ਪੈਟਰਨ ਹੈ ਉਹ ਪੂਰੇ ਬ੍ਰਹਿਮੰਡ ਦਾ ਪੈਟਰਨ ਹੈ, ਭਾਵ ਉਹ ਇੱਕੋ ਐਟਮ ਦੇ ਵਿੱਚ ਹੀ ਪੂਰਾ ਬ੍ਰਹਿਮੰਡ ਹੈ। ਗਾਵੇ ਕੋ ਵੇਖੈ ਹਾਦਰਾ ਹਦੂਰ। ਜਿਸ ਤਰ੍ਹਾਂ ਕਹਿੰਦੇ ਹਨ ਵੇਦਾਂ ਪੁਰਾਣਾਂ ਦੇ ਵਿੱਚ ਕਿਹਾ ਹੈ ਕਿ ਇੱਕ ਬ੍ਰਹਮਾ ਜਾਂਦਾ, ਉਹ ਲੱਖਾਂ ਕਰੋੜਾਂ ਹਜ਼ਾਰਾਂ ਸਿਰਾਂ ਵਾਲੇ ਬ੍ਰਹਮਾ ਤੱਕ ਜਾਂਦੇ ਹਨ। ਪਹਿਲਾਂ 3 ਵਾਲਾ ਜਾਂਦਾ, ਫਿਰ 6 ਵਾਲੇ ਕੋਲ ਜਾਂਦੇ ਹਨ, ਫਿਰ 9 ਵਾਲੇ ਕੋਲ, ਇੱਦਾਂ ਤੱਕ ਲੱਖਾਂ ਕਰੋੜਾਂ ਤੱਕ ਜਾਂਦੇ ਹਨ। ਉਹ ਸੋਚਦੇ ਹਨ ਕਿ ਪਰਮਾਤਮਾ ਬਹੁਤ ਦੂਰ ਤੱਕ ਹੈ। ਗਾਵੇ ਕੋ ਵੇਖੈ ਹਾਦਰਾ ਹਦੂਰ। ਕਈ ਸਮਝਦੇ ਹਨ ਕਿ ਉਹ ਸਾਡੇ ਅੰਦਰ ਹੀ ਹੈ, ਉਹ ਪਰਮਾਤਮਾ ਹਰੇਕ ਦਿਲ ਦੇ ਵਿੱਚ ਮੌਜੂਦ ਹੈ। ਜਿਸ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ ਹੈ ਕਿ ਘਟ ਘਟ ਵਾਸੀ ਸਰਬ ਨਿਵਾਸੀ, ਉਹ ਪਰਮਾਤਮਾ ਹਰੇਕ ਦਿਲ ਦੇ ਵਿੱਚ ਵਸਿਆ ਹੋਇਆ ਹੈ, ਹਰੇਕ ਦੇ ਨੇੜੇ ਹੈ, ਨੇੜੇ ਤੋਂ ਨੇੜੇ ਹੈ। ਕਥਨਾ ਕਥੀ ਨਾ ਆਵੈ ਟੋਟ। ਜੇਕਰ ਅਸੀਂ ਇਸੇ ਤਰ੍ਹਾਂ ਹੀ ਕਥਨ ਕਰਦੇ ਰਹਾਂਗੇ, ਜਿਸ ਤਰ੍ਹਾਂ ਸਾਇੰਟਿਸਟ ਕਹਿੰਦੇ ਹਨ ਕਿ ਬਿਆਨ ਕਰਦੇ ਰਹਾਂਗੇ, ਇੱਕ ਬ੍ਰਹਿਮੰਡ ਆ ਗਿਆ, ਦੂਸਰਾ ਆ ਗਿਆ, ਫਿਰ ਇਸੇ ਤਰ੍ਹਾਂ ਹੀ ਇਹ ਟੋਟਾ, ਦੇਅਰ ਇਜ਼ ਨੋ ਐਂਡ। ਜੇ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਦਾ ਕੋਈ ਅੰਤ ਨਹੀਂ ਹੈ। ਗੋਬਿੰਦ ਦੀਆਂ ਗਿਆਨ ਗੋਸ਼ਟਾਂ ਵਿਚਾਰਾਂ ਵਾਲੀਆਂ ਪੁਰਸ਼ਾਂ ਦੇ ਕੋਈ ਕਮੀ ਨਹੀਂ ਹੈ, ਭਾਵ ਇਸ ਨੂੰ ਜਿੰਨਾ ਮਰਜ਼ੀ ਵਧਾ ਲਓ ਓਨਾ ਹੀ ਵੱਧ ਜਾਏਗਾ। ਕਥ ਕਥ ਕਥੀ ਕੋਟੀ ਕੋਟ ਕੋਟ। ਦੇਅਰ ਇਜ਼ ਨੋ ਸ਼ਾਰਟੇਜ ਆਫ ਦੋਜ਼ ਪ੍ਰੀਚਸ ਐਂਡ ਟੀਚਰਸ। ਇਹਨਾਂ ਦੀਆਂ ਨਾ ਤਾਂ ਕੋਈ ਪੜ੍ਹਾਉਣ ਵਾਲਿਆਂ ਦਾ ਅੰਤ ਹੈ, ਨਾ ਹੀ ਇਹਨਾਂ ਚੀਜ਼ਾਂ ਦਾ ਅੰਤ ਹੈ ਜੋ ਅਸੀਂ ਸਟੱਡੀ ਕਰ ਰਹੇ ਹਾਂ, ਨਾ ਹੀ ਇਹਨਾਂ ਦਾ ਅੰਤ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਹੀ ਬੰਦੇ ਇਸ ਬਾਰੇ ਬਿਆਨ ਕਰਦੇ ਹਨ, ਕਰੋੜਾਂ ਹੀ ਸਪੀਚਾਂ ਦਿੰਦੇ ਹਨ, ਕਰੋੜਾਂ ਹੀ ਸਟੱਡੀਆਂ ਬਣੀਆਂ ਹਨ, ਕਰੋੜਾਂ ਹੀ ਬ੍ਰਹਿਮੰਡ ਉੱਤੇ ਸਟੱਡੀਆਂ ਬਣੀਆਂ ਹਨ, ਬਿਗ ਬੈਂਗ ਥਿਊਰੀ ਬਣ ਗਈ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਸਟੱਡੀਆਂ ਹਨ। ਕਈ ਤਰੀਕਿਆਂ ਨਾਲ ਮਨੁੱਖ ਹੈ ਜੋ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਇਸ ਵਰਤਾਰੇ ਨੂੰ ਪੂਰੇ ਨੂੰ। ਮਿਲੀਅਨਸ ਅਪੋਨ ਮਿਲੀਅਨਸ ਆਫ ਦੀ ਸੈਮਨਸ ਐਂਡ ਸਟੋਰੀਜ਼। ਕਈ ਤਰ੍ਹਾਂ ਦੀਆਂ ਧਾਰਮਿਕ ਸਟੋਰੀਆਂ ਇਸ ਦੇ ਨਾਲ ਜੁੜੀਆਂ ਹੋਈਆਂ ਹਨ। ਦੇਂਦਾ ਦੇ ਲੈਂਦੇ ਥੱਕ ਪਾਹੀ। ਪਰਮਾਤਮਾ ਸਭ ਨੂੰ ਮੈਟਰ, ਐਨਰਜੀ, ਐਵਰੀਥਿੰਗ ਪਰਮਾਤਮਾ ਦੇ ਰਿਹਾ, ਹਮੇਸ਼ਾ ਹਮੇਸ਼ਾ ਲਈ ਦੇ ਰਿਹਾ ਹੈ। ਪਰ ਉਸਦੇ ਉਹ ਕਿਸੇ ਵੀ, ਉਹ ਸਹਿਪੰਗ ਹੈ, ਉਹ ਆਪਣੇ ਆਪ ਤੋਂ ਹੈ। ਲੈਂਦੇ ਥੱਕ ਪਾਹੀ। ਪਰ ਜਿਹੜੇ ਲੈ ਰਹੇ ਆ ਉਸਨੂੰ, ਉਸ ਤੋਂ ਲੈ ਕੇ ਪੈਦਾ ਹੋ ਰਹੇ ਹਨ, ਉਹ ਥੱਕ ਜਾਂਦੇ ਹਨ। ਪਰ ਉਹ ਜੋ ਐਨਰਜੀ ਕਿੱਥੋਂ ਆ ਰਹੀ ਹੈ ਉਹ ਕਦੇ ਖ਼ਤਮ ਨਹੀਂ ਹੁੰਦੀ, ਉਹ ਕਦੇ ਥੱਕਦੀ ਨਹੀਂ। ਦੇਣ ਵਾਲਾ ਪਰਮਾਤਮਾ ਦੇ ਹੀ ਜਾਂਦਾ ਹੈ, ਪਰੰਤੂ ਲੈਣ ਵਾਲੇ ਹਾਰ ਟੁੱਟ ਥੱਕ ਜਾਂਦੇ ਹਨ।
The great givers keep on giving, while those who receive growing weary of receiving. ਜੁਗਾ ਜੁਗੰਤਰ ਖਾਹੀ ਖਾਹੇ, ਸਮੂਹ ਜੁਗਾਂ ਅੰਦਰ ਖਾਣ ਵਾਲੇ ਉਸ ਦੇ ਪਦਾਰਥਾਂ ਨੂੰ ਖਾਂਦੇ ਹਨ। ਇਸ ਤੋਂ ਭਾਵ ਮਿਲੀਅਨਸ ਆਫ ਈਅਰਸ ਆਫ ਬੈਕ, ਜੁਗਾ ਜੁਗੰਤਰ ਖਾਹੀ ਖਾਏ, millions of years back from he is consuming now, consuming in a future he is they are all consuming। ਹੁਕਮੀ ਹੁਕਮ ਚਲਾਏ ਰਾਹੋ, ਪਰ ਇਹ ਕਦੇ ਖਤਮ ਨਹੀਂ ਹੁੰਦਾ, ਕਿੰਨਾ ਮਰਜ਼ੀ ਕੰਜ਼ਿਊਮ ਕਰੀ ਜਾਣ। ਹਾਕਮ ਆਪਣੇ ਅਮਰ ਦੁਆਰਾ ਆਦਮੀ ਨੂੰ ਆਪਣੇ ਰਸਤੇ ਉੱਤੇ ਤੋਰਦਾ ਹੈ, ਭਾਵ ਪਰਮਾਤਮਾ ਫਿਰ ਇਹਨਾਂ ਨੂੰ ਆਪਣੇ ਹੁਕਮ ਅਨੁਸਾਰ ਚਲਾਈ ਜਾਂਦਾ ਹੈ। ਦੀ ਕਮਾਂਡਰ ਬਾਈ ਹਿਜ਼ ਕਮਾਂਡ ਲੀਡਸ ਅਸ ਟੂ ਟਾਕ ਔਨ ਦੀ ਪਾਥ। ਜੋ ਵੀ ਚੱਲ ਰਿਹਾ ਚੰਗਾ ਮਾੜਾ ਉੱਚਾ ਨੀਵਾਂ, ਉਹ ਸਾਰਾ ਉਸ ਦੀ ਕਮਾਂਡ ਦੇ ਅੰਡਰ ਹੀ ਚੱਲ ਰਿਹਾ ਹੈ। ਐਵਰੀਥਿੰਗ ਇਜ਼ ਇਨ ਹਿਜ਼ ਪੈਟਰਨ, ਭਾਵੇਂ ਕਿੱਡਾ ਹੀ ਉਹ ਵੱਡਾ ਹੈ, ਕਿੱਡਾ ਹੀ ਵਿਸ਼ਾਲ ਹੈ, ਭਾਵੇਂ ਉਹ ਕਿੰਨਾ ਹੀ ਗੁਲਝਣਦਾਰ ਹੈ, ਉਹ ਸਮਝਿਆ ਨਹੀਂ ਜਾ ਸਕਦਾ, ਪਰ ਫਿਰ ਵੀ ਉਹ ਆਪਣੇ ਹੁਕਮ ਅਨੁਸਾਰ ਹਰੇਕ ਚੀਜ਼ ਨੂੰ ਆਪਣੇ ਪੈਟਰਨ ਅਨੁਸਾਰ ਉਸਨੇ ਰੱਖਿਆ ਹੋਇਆ ਹੈ। ਇੱਕ ਤਿਲ ਮਾਤਰ ਵੀ ਉਸ ਦੇ ਪੈਟਰਨ ਤੋਂ ਕੁਝ ਵੀ ਬਾਹਰ ਨਹੀਂ ਹੈ। ਨਾਨਕ ਵਿਗਸੈ ਵੇ ਪਰਵਾਹੋ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਸ ਨੂੰ ਕੋਈ ਟੈਨਸ਼ਨ ਨਹੀਂ ਹੈ, ਉਸ ਨੂੰ ਕੋਈ ਵਰੀ ਨਹੀਂ ਹੈ। ਨਾਨਕ ਵਿਗਸੈ ਵੇ ਪਰਵਾਹੋ, ਇਹ ਨਾਨਕ ਉਹ ਬੇਮੁਹਤਾਜ ਮਾਲਕ ਫਿਰ ਵੀ ਮੌਜਾਂ ਮਾਣਦਾ ਹੈ। ਉਹ ਨਾਨਕ ਹੀ ਬਲੌਜ਼ਮ ਫੋਰਥ ਕੇਅਰ ਫਰੀ ਐਂਡ ਅਨਟਰਬਲਡ, ਉਸ ਨੂੰ ਕੋਈ ਔਖ ਨਹੀਂ ਆ ਰਹੀ ਕਿ ਇਹ ਕਿਸ ਤਰ੍ਹਾਂ ਕਰਨਾ ਹੈ, ਇਸ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ। ਉਹ ਬੇਪਰਵਾਹ ਹੈ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪਰਮਾਤਮਾ ਬੇਪਰਵਾਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। There is a prayer at the everyone's feet that making a video takes time and effort, so please like, comment and share the video to all.